एवरीवन वेलकम टू मेहनती बच्चे दिस इज साक्षी अग्रवाल। सो आज इस वीडियो ਦੇ ਵਿੱਚ ਆਪਾਂ ਇੰਗਲਿਸ਼ ਦੇ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਪੰਜਾਬ ਐਕਸਾਈਜ਼ ਇੰਸਪੈਕਟਰ ਐਗਜ਼ਾਮ 2018 ਦੇ ਵਿੱਚ ਪੁੱਛੇ ਗਏ ਸੀ। ਸੋ ਇਸ ਤੋਂ ਪਹਿਲਾਂ ਪੰਜਾਬ ਜੀਕੇ ਤੇ ਜਨਰਲ ਨੌਲੇਜ ਦੇ ਜਿਹੜੇ ਕੁਐਸਚਨਸ ਆ ਡਿਸਕਸ ਹੋ ਚੁੱਕੇ ਹਨ ਪਹਿਲੇ ਦੋ ਪਾਰਟਸ ਦੇ ਵਿੱਚ, ਸੋ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦੇਖਿਓ। ਸੋ ਸਭ ਤੋਂ ਪਹਿਲਾਂ ਤੁਹਾਨੂੰ ਐਰਰ ਦੱਸਣਾ ਹੈ ਇਸ ਸੈਂਟੈਂਸ ਦੇ ਵਿੱਚ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਸੋ ਇਸ ਸੈਂਟੈਂਸ ਨੂੰ ਆਪਾਂ देख सकते हैं कि चार पार्ट्स ਦੇ ਵਿੱਚ डिवाइड किया हुआ है। ओके सो सेंटेंस है विष्णु was trying to pass through the gap on the fence when he tore his shirt। ਜਿਹੜਾ ਵਿਸ਼ਨੂੰ ਹੈ ਉਹ ਕੋਸ਼ਿਸ਼ ਕਰ ਰਿਹਾ ਸੀ ਗੈਪ ਤੋਂ ਨਿਕਲਣ ਦੀ ਫੈਂਸ ਦੇ ਵਿੱਚ ਜਦੋਂ ਉਹਨੇ ਆਪਣੀ ਸ਼ਰਟ ਨੂੰ ਫਾੜ ਲਿਆ। ਸੋ ਵਿਸ਼ਨੂੰ was trying to pass, ਇਹਦੇ ਵਿੱਚ ਕੋਈ ਮਿਸਟੇਕ ਨਹੀਂ ਲੱਗ ਰਹੀ, through the gap on the fence, not on the fence, in the fence ਆਊਗਾ ਫੈਂਸ ਦੇ ਵਿੱਚ। ਓਕੇ ਸੋ ਇਹਦੇ ਵਿੱਚ ਇਹ ਮਿਸਟੇਕ ਹੈ। ਦੈਨ ਸੈਕਿੰਡ ਜਿਹੜਾ ਸੈਂਟੈਂਸ ਹੈ ਇਹਦੇ ਵਿੱਚ ਵੀ ਐਰਰ ਹੈ, ਤੁਸੀਂ ਦੱਸਣਾ ਕਿਹੜੇ ਪਾਰਟ 'ਚ ਐਰਰ ਹੈ। ਸੋ ਇਹਨੂੰ ਵੀ ਆਪਾਂ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਓਕੇ ਇਹ ਵਾਲਾ ਡੀ ਪਾਰਟ ਹੈ ਐਂਡ ਸ਼ੀ ਗॉट ਅ ਸ਼ੌਕ, ਗਲਤੀ ਨਾਲ ਇਹਦੇ ਵਿੱਚ ਆਇਆ ਹੋਇਆ ਹੈ। ਸੋ ਹੁਣ ਸੈਂਟੈਂਸ ਕੀ ਹੈ, ਫੁਲਿਸ਼ਲੀ ਮੀਨਾ ਥਰੂ ਸਮ ਵਾਟਰ ਔਨ ਦ ਇਲੈਕਟ੍ਰਿਕ ਹੀਟਰ। ਪਾਗਲਪੰਥੀ ਦੇ ਵਿੱਚ ਮੀਨਾ ਨੇ ਪਾਣੀ ਸਿੱਟਤਾ ਇਲੈਕਟ੍ਰਿਕ ਹੀਟਰ ਦੇ ਉੱਪਰ, ਠੀਕ ਹੈ, ਜਿਹਦੇ ਨਾਲ ਉਹਨੇ कैच कर ली फायर तो उन्होंने शॉक लग गया। सो फुलिशली मीना थ्रू, अगर तुम देखोगे थ्रू दे विच की पास्ट फॉर्म है, सम वाटर ऑन द इलैक्ट्रिक हीटर वैन इट कैचेस फायर, कैचेस प्रेजेंट फॉर्म च लिखा हुआ है। एंड शी गॉट अ शॉक, तो इत्थे भी जिहड़ी वर्ब यूज हुई है गॉट वो भी पास्ट है, पास्ट फॉर्म है वर्ब दी। सो ਇਹਦੇ ਵਿੱਚ ਮਿਸਟੇਕ ਕੀ ਆਊਗੀ, ਕੈਚਿਸ, ਕਿਉਂਕਿ ਸਾਰਾ ਪਾਸਟ ਟੈਂਸ ਦੇ ਵਿੱਚ ਚੱਲ ਰਿਹਾ ਨਾ ਬਟ ਕੈਚਿਸ ਪ੍ਰੈਜ਼ੈਂਟ ਟੈਂਸ 'ਚ ਚੱਲ ਰਿਹਾ ਹੈ। ਸੋ ਇਹਦੇ ਵਿੱਚ ਆਪਾਂ ਇੱਥੇ ਕੈਚਿਸ ਨਹੀਂ ਯੂਜ਼ ਕਰਾਂਗੇ, ਕੀ ਯੂਜ਼ ਕਰਾਂਗੇ, ਕੌਟ। ਓਕੇ ਸੋ ਪੂਰਾ ਸੈਂਟੈਂਸ ਪਾਸਟ ਟੈਂਸ 'ਚ ਇਸ ਲਈ ਆਪਾਂ ਇਹਨੂੰ ਪਾਸਟ ਕਨਵਰਟ ਕਰ ਦਾਂਗੇ। ਓਕੇ ਸੋ ਚੈਨਲ ਉੱਪਰ ਇਹ ਸਾਰਾ ਮਟੀਰੀਅਲ ਅਵੇਲੇਬਲ ਹੈ ਡਿਫਰੈਂਟ ਐਗਜ਼ਾਮਸ ਲਈ, ਸੋ ਤੁਸੀਂ ਇਹ ਦੇਖ ਸਕਦੇ ਹੋ। ਓਕੇ ਤੇ ਇਹਦੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਵੀਡੀਓਜ਼ ਅਵੇਲੇਬਲ ਹੈ ਡਿਫਰੈਂਟ टॉपिक्स के ऊपर, डिफरेंट सबजैक्ट्स के ऊपर। सो तुम देख सकते हो, थोड़े बहुत काम आएंगे एग्जाम्स के। सो नैक्सट हम गल करते हैं अगले क्वेश्चन की, ठीक है। हुण इहदे विच दसना है कि जिहड़ी अंडरलाइन की हुई है फ्रेज इहनूं आपां किवें रिप्लेस कर सकते हैं तो जिहड़ा सेंटेंस है ताकि वो ग्रामैटिकली करैक्ट हो जाए। So the driver did not accede at the demand of the people as he was aware of the risk involved in it। जिहड़ा ड्राइवर है उन्हें ਲੋਕਾਂ ਦੀ ਡਿਮਾਂਡ ਨਹੀਂ ਮੰਨੀ ਬਿਕੋਜ਼ ਉਹਨੂੰ ਪਤਾ ਸੀਗਾ ਕਿ ਉਹਦੇ ਵਿੱਚ ਕਿੰਨਾ ਬੜਾ ਰਿਸਕ ਹੈ। ਓਕੇ ਸੋ ਇੱਥੇ ਮਿਸਟੇਕ ਹੈਗੀ ਡਿਡ ਨਾਟ ਅਸੀਡ ਐਟ ਦ ਡਿਮਾਂਡ। ਸੋ ਇਹਦੀ ਬਜਾਏ ਕੀ ਆਊਗਾ, ਵਾਜ਼ ਨਾਟ ਅਸੀਡ ਐਟ ਦ ਡਿਮਾਂਡ, ਵਾਜ਼ ਨਾਟ ਅਸੀਡਡ ਬਾਈ ਦ ਡਿਮਾਂਡ, ਡਿਡ ਨਾਟ ਅਸੀਡ ਐਟ ਦ ਡਿਮਾਂਡ ਜਾਂ ਡਿਡ ਨਾਟ ਅਸੀਡ ਟੂ ਦ ਡਿਮਾਂਡ। ਹੁਣ ਦੇਖੋ ਇਹਦੇ ਵਿੱਚ ਵਰਡ ਯੂਜ਼ ਹੋਇਆ ਹੈ ਅਸੀਡ। ਜਿਹੜਾ ਵਰਡ ਅਸੀਡ ਹੈ ਇਹਦਾ ਮਤਲਬ ਕੀ ਹੁੰਦਾ ਹੈ, ਅਪਰੂਵਲ ਦੇਣਾ ਆਪਣਾ, ਟੂ ਐਕਸਪ੍ਰੈਸ ਅਪਰੂਵਲ। ਸੋ ਜਿਹੜਾ ਐਸੀਡ ਹੈ ਇਹਦੇ ਨਾਲ ਅਗਰ ਆਪਾਂ ਪ੍ਰੈਪੋਜੀਸ਼ਨ ਦੀ ਗੱਲ ਕਰੀਏ ਤਾਂ ਇਹਦੇ ਨਾਲ ਹਮੇਸ਼ਾ ਟੂ ਦਾ ਯੂਜ਼ ਕੀਤਾ ਜਾਂਦਾ। ਸੋ ਇੱਥੇ ਐਟ ਨਹੀਂ ਯੂਜ਼ ਹੋਏਗਾ, ਕੀ ਹੋਊਗਾ, ਟੂ। ਇੱਥੇ ਪ੍ਰੈਪੋਜੀਸ਼ਨ ਦੇ ਨਾਲ ਰਿਲੇਟਿਡ ਐਰਰ ਹੈ। ਸੋ ਆਨਸਰ ਕੀ ਆਏਗਾ, ਡੀ। ਵਰਬ ਦੀ ਜਿਹੜੀ ਸਾਰੀ ਫਾਰਮਸ ਹੈ ਬਿਲਕੁਲ ਸਹੀ ਲੱਗੀਆਂ ਹੋਈਆਂ ਨੇ। ਓਕੇ ਦੈਨ ਨੈਕਸਟ ਹੈ, ਦੋ ਹਿਜ਼ ਐਕਸ਼ਨਸ ਵਰ ਸਵੀਅਰ ਕ੍ਰਿਟਿਸਿਜ਼ਮ he did not lose his temper। ਚਾਹੇ ਉਹਦੇ ਐਕਸ਼ਨਸ ਨੂੰ ਬਹੁਤ ਜ਼ਿਆਦਾ ਨਿੰਦਿਆ ਗਿਆ ਬਟ ਉਹਨੇ ਆਪਣਾ ਟੈਂਪਰ ਲੂਜ਼ ਨਹੀਂ ਕੀਤਾ। ਓਕੇ ਸੋ ਹੁਣ ਇਹਦੇ ਵਿੱਚ ਜਿਹੜਾ ਮਿਸਟੇਕ ਹੈ ਉਹ ਹੈਗੀ ਹੈ ਵਰ ਸਵੀਅਰ ਕ੍ਰਿਟਿਸਿਜ਼ਮ। ਹੁਣ ਦੇਖੋ ਇਹਦੇ ਵਿੱਚ ਕੀ ਹੋ ਸਕਦਾ ਹੈ, ਵਰ ਸਵੀਅਰਲੀ ਕ੍ਰਿਟਿਸਾਈਜ਼, had severely criticized, were at severely criticizing, had severe criticize। ਚਾਹੇ ਉਹਦੇ ਐਕਸ਼ਨਸ ਨੂੰ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਗਿਆ। ਹੁਣ ਇੱਥੇ ਵਰਡ ਧਿਆਨ ਰੱਖੋ ਕੀ ਹੈ, ਐਕਸ਼ਨਸ, ਕਿ ਉਹਦੇ ਐਕਸ਼ਨਸ ਨੂੰ ਕ੍ਰਿਟਿਸਾਈਜ਼ ਕੀਤਾ ਗਿਆ। ਸੋ ਐਕਸ਼ਨਸ ਵਰ ਸਵੀਅਰਲੀ ਕ੍ਰਿਟਿਸਾਈਜ਼ਡ, ਓਕੇ ਨਾਟ ਸਵੀਅਰ ਕ੍ਰਿਟਿਸਿਜ਼ਮ। ਉਹਦੇ ਐਕਸ਼ਨਸ ਦੀ ਗੱਲ ਹੋ ਰਹੀ ਹੈ ਕਿ ਉਹਦੇ ਐਕਸ਼ਨਸ ਨੂੰ ਬਹੁਤ ਜ਼ਿਆਦਾ ਨਿੰਦਿਆ ਗਿਆ। ਓਕੇ ਸੋ ਇੱਥੇ ਕਿਹੜਾ ਆਪਸ਼ਨ ਕਰੈਕਟ ਹੈ, ਏ। ਓਕੇ ਕਿਉਂਕਿ ਜਿਹੜਾ ਇੱਥੇ ਸਵੀਅਰ ਹੈ ਅਗਰ ਆਪਾਂ ਇਹਦਾ ਐਡਵਰਬ ਬਣਾਵਾਂਗੇ ਤਾਂ ਉਹ ਕੀ ਹੁੰਦਾ ਹੈ, ਸਵੀਅਰਲੀ, ਤੇ ਸਵੀਅਰਲੀ ਯੂਜ਼ ਕਰ ਰਹੇ ਹਾਂ ਇਸ ਲਈ ਆਪਾਂ ਇੱਥੇ ਕ੍ਰਿਟਿਸਾਈਜ਼ਡ ਯੂਜ਼ ਕਰਾਂਗੇ। ਓਕੇ ਸੋ ਆਨਸਰ ਕੀ ਆਏਗਾ, ਏ। ਦੈਨ ਨੈਕਸਟ ਇਹਦੇ ਵਿੱਚ ਤੁਸੀਂ ਫਿਲ ਇਨ ਦਾ ਬਲੈਂਕਸ ਭਰਨੀ ਹੈ ਵਿਦ ਐਪਰੋਪਰੀਏਟ, ਜੋ ਵੀ ਚੀਜ਼ ਕਰੈਕਟ ਹੈ ਉਹਦੇ ਨਾਲ। ਓਕੇ ਸੋ ਡੂ ਯੂ ਨੋ ਡੈਸ਼ ਵੇਅਰ ਸ਼ੀ ਕਮਸ ਫਰੋਮ, ਵੇਅਰ ਫਰੋਮ ਸ਼ੀ ਕਮਸ, ਵੇਅਰ ਡਜ਼ ਸ਼ੀ ਕਮ ਫਰੋਮ, ਫਰੋਮ ਵੇਅਰ ਸ਼ੀ ਕਮ। ਸੋ ਇਹਦਾ ਆਨਸਰ ਕੀ ਆਊਗਾ, ਡੂ ਯੂ ਨੋ। ਪਹਿਲਾਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਹੋਇਆ ਹੈ ਕਿ ਤੁਹਾਨੂੰ ਪਤਾ ਹੈ, ਇਹਦਾ ਆਨਸਰ ਆਏਗਾ ਏ।
वेयर शी कम्स फ्रॉम। हुण देखो इत्थे ए आंसर क्यों आया, बिकॉज अगर आपां इन्ना क पार्ट देखिए सेंटेंस का ਤਾਂ ਇਹਦੇ ਵਿੱਚ ਆਲਰੇਡੀ ਕੁਐਸਚਨ ਪੁੱਛਿਆ ਜਾ ਚੁੱਕਾ ਹੈ। ਸੋ ਜਿਹੜਾ ਆਪਾਂ ਫਿਲ ਕਰਾਂਗੇ ਬਲੈਂਕ ਦੇ ਵਿੱਚ ਪਾਰਟ, ਉਹ ਇੱਕ ਕੁਐਸਚਨ ਦੀ ਫਾਰਮ 'ਚ ਨਹੀਂ ਹੋਊਗਾ, ਉਹ ਇੱਕ ਸੈਂਟੈਂਸ ਦੀ ਫਾਰਮ ਦੇ ਵਿੱਚ ਹੋਊਗਾ, ਜਾਂ ਬੋਲ ਸਕਦੇ ਹਾਂ ਫੈਕਟ ਦੀ ਫਾਰਮ 'ਚ ਹੋਊਗਾ, ਜਾਂ ਸਟੇਟਮੈਂਟ ਦੀ ਫਾਰਮ 'ਚ ਹੋਏਗਾ। ਓਕੇ, ਸੋ ਇਹਦੇ ਵਿੱਚ ਕੀ ਹੈ, ਵੇਅਰ ਸ਼ੀ ਕਮਸ ਫਰੋਮ, ਇੱਕ ਜਰਨਲੀ ਫੈਕਟ ਹੈ, ਜਰਨਲੀ ਸਟੇਟਮੈਂਟ ਹੈ। ਓਕੇ, ਸੋ ਇੱਥੇ ਆंसर क्या आएगा, ए। ओके, देन नेक्स्ट, the family gave father a gold watch on the dash of his 50th birthday। ਜਿਹੜੀ ਫੈਮਿਲੀ ਹੈ ਉਹਨਾਂ ਨੇ ਫਾਦਰ ਨੂੰ 골ਡ ਵਾਚ ਦਿੱਤੀ, ਕਦੋਂ, ਜਦੋਂ ਉਹਨਾਂ ਦਾ 50th ਬਰਥਡੇ ਸੀ। ਸੋ ਟਾਈਮ, ਫॉल, ਓਕੇਜਨ, ਸੈਲੀਬ੍ਰੇਸ਼ਨ। ਇਹਦਾ ਆंसर ਆਏਗਾ ਸੀ, दैट इज ਓਕੇਜਨ। ਓਕੇਜਨ ਜਿਹੜਾ ਵਰਡ ਹੈ, ਅਗਰ ਆਪਾਂ ਇਹਦਾ ਮਤਲਬ ਦੇਖੀਏ ਤਾਂ ਕੀ ਹੁੰਦਾ, ਅ ਸਪੈਸ਼ਲ ਇਵੈਂਟ। ਸੋ ਇੱਥੇ ਇੱਕ ਸਪੈਸ਼ਲ ਇਵੈਂਟ ਦੀ ਗੱਲ ਕੀਤੀ ਗਈ ਹੈ ਨਾ ਕਿ ਫਾਦਰ ਦਾ 50th ਬਰਥਡੇ ਸੀ, ਸੋ ਇੱਥੇ ਕੀ ਯੂਜ਼ ਕਰਾਂਗੇ, ਸੀ, दैट इज ਓਕੇਜਨ। ਦੈਨ ਨੈਕਸਟ, ਆਪਣੇ ਤੋਂ ਪੁੱਛਿਆ ਹੋਇਆ ਇਹਨਾਂ ਵਿੱਚੋਂ ਕਿਹੜਾ ਵਰਡ ਹੈ ਜਿਹੜਾ ਕਿ ਕਰੈਕਟਲੀ ਸਪੈਲ ਹੈ। ਓਕੇ, ਸੋ ਇਹਦਾ ਆंसर ਆਏਗਾ ਡੀ। ਓਕੇ, ਬਿਕॉज ਬਾਕੀ ਸਾਰੇ ਗਲਤ ਹੈ। ਸੋ ਨੈਕਸਟ ਹੈ, ਇਹਦੇ ਵਿੱਚ ਵੀ ਆਪਾਂ ਨੇ ਦੱਸਣਾ ਵੀ ਕਿਹੜਾ ਵਰਡ ਹੈ ਜਿਹੜਾ ਕਿ ਕਰੈਕਟਲੀ ਸਪੈਲ ਹੈ। ਓਕੇ, ਸੋ ਇਹਦਾ ਆंसर ਆਏਗਾ ਸੀ, दैट इज एनवियस। ਇਹ ਬਿਲਕੁਲ ਕਰੈਕਟ ਲਿਖਿਆ ਹੋਇਆ ਹੈ। ਦੈਨ ਨੈਕਸਟ, ਹੁਣ ਇਹਦੇ ਵਿੱਚ ਆਈਡੈਂਟੀਕਲ ਪੇਅਰ ਫਾਈਂਡ ਕਰਨਾ ਹੈ। ਓਕੇ, ਇੱਥੇ ਫਿਲ ਇਨ ਦਾ ਬਲੈਂਕ ਹੈ, ਸੋ ਇੱਥੇ ਕੁਐਸਚਨ ਮਾਰਕ ਦਿੱਤਾ ਹੋਇਆ ਹੈ, ਇੱਥੇ ਦੱਸੋ ਕੀ ਆਊਗਾ, ਜੈਨੂਇਨ, ਸਿਮੂਲੇਟਿਡ, ਅਨਅਫੈਕਟਿਡ, ਡੈਸ਼। ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਰਿਲੇਸ਼ਨ ਫਾਈਂਡ ਕਰੋ ਕਿ ਜੈਨੂਇਨ ਤੇ ਸਿਮੂਲੇਟਿਡ ਦੇ ਵਿੱਚ ਕੀ ਰਿਲੇਸ਼ਨ ਹੈ, ਕੀ ਇਹ ਸਿਨੋਨਿਮਸ ਹੈ, ਕੀ ਇਹ ਐਂਟੋਨਿਮਸ ਹੈ, ਜਾਂ ਫਿਰ ਇਹਨਾਂ ਦਾ ਕੋਈ ਹੋਰ ਰਿਲੇਸ਼ਨ ਹੈ। ਓਕੇ, ਹੁਣ ਦੇਖੋ ਜਿਹੜਾ ਵਰਡ ਇੱਥੇ ਸਿਮੂਲੇਟਿਡ ਹੈ, ਉਹ ਆਪਾਂ ਬੋਲ ਸਕਦੇ ਹਾਂ ਕਿ ਕੋਈ ਐਸੀ ਚੀਜ਼ ਜਿਹੜੀ ਕਿ ਓਰੀਜਨਲ ਫਾਰਮ 'ਚ ਨਾ ਹੋਵੇ, ਕਾਪੀ ਹੋਵੇ ਕਿਸੇ ਚੀਜ਼ ਦੀ। ਤੇ ਜੈਨੂਇਨ ਆਪਾਂ ਕੀ ਕਰਨੇ ਕਿ ਇਹ ਬੰਦਾ ਬੜਾ ਜੈਨੂਇਨ ਹੈ, ਸਿੱਧਾ ਸਾਦਾ ਹੈ, ਠੀਕ ਹੈ ਕਿ ਜੋ ਹੈ ਉਹੀ ਹੈ। ਸੋ ਜਿਹੜੇ ਦੋ ਵਰਡਸ ਹੈ ਜੈਨੂਇਨ ਤੇ ਸਿਮੂਲੇਟਿਡ, ਇਹ ਕੀ ਹੈ, ਇੱਕ ਦੂਜੇ ਦੇ ਐਂਟੋਨਿਮਸ ਹੋ ਗਏ, ਆਪੋਜ਼ਿਟ ਵਰਡ ਹੋ ਗਏ। ਸੋ ਇੱਥੇ ਕਿਹੜਾ ਵਰਡ ਆਊਗਾ ਜਿਹੜਾ ਕਿ ਅਨਅਫੈਕਟਿਡ ਦਾ ਆਪੋਜ਼ਿਟ ਹੋ। ਅਨਅਫੈਕਟਿਡ ਮਤਲਬ ਕੀ ਹੈ ਕਿ ਕਿਸੇ ਤੇ ਕੋਈ ਕਿਸੇ ਗੱਲ ਦਾ ਅਸਰ ਨਾ ਹੋਣਾ। ਸੋ ਇੱਥੇ ਐਸਾ ਵਰਡ ਆਊਗਾ ਜਿਹਦਾ ਮਤਲਬ ਇਹ ਹੋਊਗਾ ਕਿ ਉੱਤੇ ਬਹੁਤ ਅਸਰ ਹੁੰਦਾ ਹੈ। ਓਕੇ, ਸੋ ਇਹਦਾ ਆंसर ਕੀ ਆਏਗਾ, ਬੀ, दैट इज ਬੋਮਬੈਸਟਿਕ। ਬੋਮਬੈਸਟਿਕ ਹੁੰਦਾ ਹੈ ਕੋਈ ਐਸਾ ਪਰਸਨ ਜਿਹੜਾ ਕਿ ਇੱਕੋਦਮ ਭੜਕ ਜੇ, ਬਹੁਤ ਜਲਦੀ ਰਿਐਕਸ਼ਨ ਦੇਵੇ। ਓਕੇ, ਸੋ ਇਹਦਾ ਆंसर ਬੀ ਆਏਗਾ। ਸੋ ਇਹ ਕੁਐਸਚਨ ਦੇ ਵਿੱਚ ਵੀ ਤੁਸੀਂ ਦੱਸਣਾ ਵੀ ਕੀ ਰਿਲੇਸ਼ਨ ਹੈ। ਹੁਣ ਐਕਟਰ ਦਾ ਸਟੇਜ ਨਾਲ ਕੀ ਰਿਲੇਸ਼ਨ ਹੈ, ਜਿਹੜਾ ਐਕਟਰ ਹੈ ਉਹ ਸਟੇਜ ਤੇ ਖੜ ਕੇ ਆਪਣੀ ਪਰਫਾਰਮੈਂਸ ਦਿੰਦਾ ਹੈ। ਸੋ ਇਹਦੇ ਵਿੱਚ ਇੱਥੇ ਫਿਲਅਪ ਹੈ ਤੇ ਇੱਥੇ ਦੱਸਿਆ ਹੈ ਰੋਸਟਰਮ। ਰੋਸਟਰਮ ਕੀ ਹੁੰਦਾ, ਇੱਕ ਰੇਜ਼ਡ ਪਲੇਟਫਾਰਮ ਹੈ ਜਿਹਦੇ ਉੱਪਰ ਖੜ ਕੇ ਸਪੀਚ ਦਿੱਤੀ ਜਾਂਦੀ ਹੈ। ਓਕੇ, ਸੋ ਸਪੀਚ ਕੌਣ ਦਊਗਾ, ਜਿਹੜਾ ਕਿ ਗੁੱਡ ਓਰੇਟਰ ਹੋਊਗਾ, ਸਪੀਕਰ ਹੋਊਗਾ। ਓਕੇ, ਸੋ ਇਹਦਾ ਆंसर ਕੀ ਆਏਗਾ, ਡੀ, दैट इज ਓਰੇਟਰ। ਓਕੇ, ਦੈਨ ਜਿਹੜਾ ਓਰੇਟਰ ਵਰਡ ਹੈ ਉਹ ਕਿਹਦੇ ਲਈ ਯੂਜ਼ ਕੀਤਾ ਜਾਂਦਾ, ਕੋਈ ਐਸਾ ਪਰਸਨ ਜਿਹੜਾ ਕਿ ਬਹੁਤ ਜ਼ਿਆਦਾ ਅੱਛਾ ਸਪੀਕਰ ਹੋਵੇ, ਪਬਲਿਕ ਸਪੀਕਰ ਹੋਵੇ। ਓਕੇ, ਦੈਨ ਨੈਕਸਟ, ਹੁਣ ਇਹਦੇ ਵਿੱਚ ਦੱਸੋ ਕਿ ਜਿਹੜਾ ਵਰਡ ਅੰਡਰਲਾਈਨ ਕੀਤਾ ਹੋਇਆ ਉਹਦਾ ਨੀਅਰੈਸਟ ਮੀਨਿੰਗ ਦਾ ਵਰਡ ਦੱਸਣਾ ਹੈ ਕਿਹੜਾ ਇਹਨਾਂ ਵਿੱਚੋਂ। ਓਕੇ, in spite of the best efforts the officer could not redeem his prestige। ਆਪਣੇ ਬਹੁਤ ਸਾਰੇ ਐਫਰਟਸ ਦੇ ਬਾਵਜੂਦ ਜਿਹੜਾ ਆਫਿਸਰ ਹੈ ਉਹ ਆਪਣੀ ਪ੍ਰੈਸਟੀਜ ਨੂੰ ਰਿਡੀਮ ਨਹੀਂ ਕਰ ਪਾਇਆ। ਓਕੇ, ਰਿਡੀਮ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ, ਠੀਕ ਹੈ, ਰੈਸਕਿਊ ਕਰਨਾ। ਸੋ ਇਹਦੇ ਵਿੱਚ ਕੀ ਹੈ, ਰਿਕਵਰ, ਰੇਜ਼, ਐਕਸਟੈਂਡ, ਫੁਲਫਿਲ। ਇਹਦਾ ਆंसर ਕੀ ਹੋਊਗਾ, ਰਿਕਵਰ। ਓਕੇ, ਦੈਨ ਨੈਕਸਟ, देयर इज abundant supply of water for the crops। ਹੁਣ ਦੇਖੋ ਇੱਥੇ ਵਰਡ ਹੈ abundant। ਸੋ abundant ਜਿਹੜਾ ਹੈ ਉਹਦਾ ਮਤਲਬ ਕੀ ਹੁੰਦਾ ਕਿ ਬਹੁਤ ਜ਼ਿਆਦਾ ਹੋਣਾ, plentiful ਹੋਣਾ। ਸੋ ਇਹਦਾ ਆंसर क्या आएगा, बी, दैट इज plentiful। ओके, बिकॉज दोनों सिनोनिम्स हो गए आपस दे विच। देन नेक्स्ट, ਹੁਣ ਇਹਦੇ ਵਿੱਚ ਕੀ ਹੈ, ਆਪਣੇ ਉਹ ਦੱਸਣਾ ਹੈ ਜਿਹੜਾ ਕਿ ਬੈਸਟ ਕਨਵੇ ਕਰਦਾ ਹੈ ਮੀਨਿੰਗ ਈਡੀਅਮ ਤੇ ਫਰੇਜ਼ ਦਾ। ਔਨ ਦ ਸਪਰ ਆਫ ਦ ਮੂਵਮੈਂਟ। ਔਨ ਦ ਸਪਰ ਆਫ ਦ ਮੂਵਮੈਂਟ ਮਤਲਬ ਕੀ ਹੋ ਗਿਆ, ਐਟ ਵੰਸ ਔਰ ਵਿਦਾਊਟ ਐਨੀ ਕਾइंड ऑफ डेलिब्रेशन, open to blame, in accordance with the prevailing style, on the side of something undesirable। ਇਹਦਾ आंसर ਆਏਗਾ A। on the spur of movement ਮਤਲਬ ਕੀ ਹੁੰਦਾ ਹੈ ਕਿ ਇੱਕੋਦਮ ਕੋਈ ਚੀਜ਼ ਕਰਨਾ, ਠੀਕ ਹੈ, ਵਿਦਾਊਟ ਸੋਚੇ। then next, ਇਹ ਵੀ idiom ਦਿੱਤਾ ਹੈ, ਇਹਦਾ meaning ਦੱਸੋ। to snap one's finger at, ਕਿਸੇ ਵੱਲ ਉਂਗਲੀ ਕਰਨਾ। to maintain friendship, to continue doing anything, to give the challenge or to stay away from something। ਕਿਸੇ ਵੱਲ ਉਂਗਲੀ ਕਰਨਾ ਮਤਲਬ ਕੀ ਹੁੰਦਾ ਕਿ ਕਿਸੇ ਨੂੰ ਓਪਨਲੀ ਚੈਲੰਜ ਦੇਣਾ। ਇਹਦੇ ਵਿੱਚ ਜਦੋਂ ਇਹ ਈਡੀਅਮ ਯੂਜ਼ ਕੀਤਾ ਜਾਂਦਾ ਇਹਦਾ ਮਤਲਬ ਇਹ ਵੀ ਹੁੰਦਾ ਕਿ ਕਿਸੇ ਵੱਲ ਆਪਾਂ ਬਹੁਤ ਹੀ ਡਿਸਰਿਸਪੈਕਟਫੁਲੀ ਕਿਸੇ ਵੱਲ ਇਸ਼ਾਰਾ ਕਰ ਰਹੇ ਹਾਂ, ਕਿਸੇ ਨੂੰ
ਪੁਆਇੰਟ ਆਊਟ ਕਰ ਰਹੇ ਹਾਂ। ਓਕੇ, ਸੋ ਇਹ ਨੈਗੇਟਿਵ ਮੀਨਿੰਗ ਹੈ ਇਹਦਾ। ਸੋ ਇਹਦਾ ਆਨਸਰ ਕੀ ਆਇਆ? ਸੀ, ਦੈਟ ਇਜ਼ ਟੂ ਗਿਵ ਦ ਚੈਲੰਜ। ਦੈਨ ਨੈਕਸਟ, ਹੁਣ ਇਹਦੇ ਵਿੱਚ ਵਰਡ ਦੱਸੋ ਜਿਹੜਾ ਕਿ ਆਪੋਜ਼ਿਟ ਹੈ ਇਨ ਮੀਨਿੰਗ ਟੂ ਦ ਵਰਡ ਗਿਵਨ ਹੇਅਰ। ਸੋ ਕਨਫੈਸ, ਕਨਫੈਸ ਦਾ ਆਪੋਜ਼ਿਟ ਕੀ ਹੋਊਗਾ? ਗ੍ਰਾਂਟ, ਕੰਸੀਲ, ਕੰਸੀਡ ਜਾਂ ਐਕਨੋਲੇਜ। ਇਹਦਾ ਆਨਸਰ ਕੀ ਹੋਊਗਾ? ਸੀ, ਦੈਟ ਇਜ਼ ਕੰਸੀਡ। ਓਕੇ, ਕਨਫੈਸ मतलब ਕੀ ਹੁੰਦਾ ਹੈ? ਮਾਨਣਾ, ਤੇ ਕੰਸੀਡ मतलब ਕੀ ਹੁੰਦਾ ਹੈ? ਛੁਪਾਣਾ। ਓਕੇ, ਸੋ ਇਹ ਦੋਨੋਂ ਆਪੋਜ਼ਿਟ ਹੋ ਗਏ। ਸੋ ਥੈਂਕ ਯੂ ਸੋ ਮਚ। ਜਿੰਨੇ ਵੀ ਇੰਗਲਿਸ਼ ਦੇ ਕੁਐਸਚਨਸ ਆਏ ਹੋਏ ਸੀ ਐਗਜ਼ਾਮ ਦੇ ਵਿੱਚ ਆਪਾਂ ਨੇ ਸਾਰੇ ਡਿਸਕਸ ਕੀਤੇ। ਸੋ ਜਲਦੀ ਮਿਲਦੇ ਹਾਂ ਨਿਊ ਵੀਡੀਓ ਦੇ ਵਿੱਚ। ਸਟੇ ਟਿਊਨਡ, ਸਟੇ ਹੈਲਥੀ, ਥੈਂਕ ਯੂ।